परम सत्कारयोग सतगुरां दी साजी और नवाजी हुई साध संगत जीओ, आप माई भाई धनता दे जोग हो। जिन्हां नूं सतगुरु जी दे चरनां दे विच बैठण दे सुभाग समय प्राप्त होए ने। आओ सारे ही रल मिल के माता गुजर कौर जी दे अखियां दे तारे गुरु तेग बहादुर महाराजियां दे पुत्रां दे दानी नीले दे साथ सवार आनंदपुर दे वासी पटने दे माही धन धन साहिब श्री गुरु गोबिंद सिंह महाराज जी दे जीवन की कथा चलती आ रही है। कल विचार छड़ी सी ब्राह्मणां दी प्रीख्या करनी। चंगे श्रेष्ठ ब्राह्मणां दी खोज करने वास्ते सतगुरु कलगीधर पातशाह जी ने जग दे बहाने सारे देसां जैसा कि कश्मीर, मथुरा, प्रयाग, कांसी, दिल्ली, दक्षिण पूर्व, पश्चिम ते उत्तर दिशा तो सारे पंडितां कोल आदमी भेज के आख्या कि तुसी सब शास्त्रां दे जाणू हो, तुहानू हवन दी रीति भी आउंदी है अते पूजा दा ढंग भी तुसी चंगी तरह जानदे हो। इस वास्ते तुसी सारे ही इकट्ठे होके सानू कोई ऐसा जग दसो जिस नाल देवते खुश हो जान। महाराज जी कहते ऐसा जग दसो, पुण्यदान दसो जिहदे नाल देवते खुश हो जान। कलगीधर पातशाह गुरु गोबिंद सिंह महाराज जी ये संदेश कलगीधर पातशाह गुरु गोबिंद सिंह महाराज जी का ये संदेश सुन के दूर नेड़े तो बहुत सारे विद्वान आवणे पंडित बड़े उत्साह नाल आनंदपुर साहिब आ गए। सतगुरु जी सब दे जथा जोग डेरे लवा दिते अते खान पान रसत पानी दा पंडितां दे मन भाउंदा प्रबंध कर दिता। जद पंडित बड़ी बड़ी गिणती विच इकट्ठे हो गए तो सतगुरु कलगीधर पातशाह गुरु गोबिंद सिंह महाराज जी ने उन्होंने दी प्रीख्या लैण वास्ते कि कौन अपने असली रूप विच ब्राह्मण है ते कौन लालची नाम तरीक ब्राह्मण है, भी किहड़ा असली है ते किहड़ा लालची आ। ये भी फर्क हुंदा ना, जे सिखां दी परख कर लग जाना
ਬਿਰਲੇ ਬਿਰਲੇ ਲਿਖਣਗੇ ਜਿਹੜੇ ਅਸਲੀ ਹੋਣਗੇ। ਬਹੁਤ ਗਿਣਤੀ ਦੇ ਘੱਟ ਨਿਕਲਣਗੇ ਜੇ ਸਿੱਖਾਂ ਦੇ ਵਿੱਚੋਂ ਪਰਖ ਕਰਨ ਲੱਗ ਜਾਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਦੇ ਸਮੇਂ 'ਚ। ਜਿੱਥੇ ਸਵਾਰਥ ਪੂਰਾ ਹੁੰਦਾ ਹੈ ਵੀ ਕੁਝ ਨਾ ਕੁਝ ਮਿਲੇਗਾ, ਉਧਰ ਨੂੰ ਬਹੁਤਾ ਭੱਜਦਾ ਹੈ, ਪਰ ਇਹ ਨਹੀਂ ਪਤਾ ਹੈ ਵੀ ਸਤਿਗੁਰੂ ਤਾਂ ਸਦਾ ਹੀ ਦੇਣ ਵਾਲੇ ਨੇ। ਆਖੋ ਸਤਿਨਾਮ। ਉਹ ਕਦੇ ਕਦੇ ਪਰਖ ਕਰਕੇ ਦੇਖ ਲੈਂਦੇ ਨੇ, ਮੰਗ ਕੇ ਦੇਖ ਲੈਂਦੇ ਨੇ। ਉਹ ਦੇਣ ਵਾਲੇ ਨੇ ਸਾਰਿਆਂ ਨੂੰ। ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦਿੰਦਿਆਂ ਤੋਟ ਨਾ ਵੀ ਗੰਤ ਭਰੇ ਭੰਡਾਰ। ਉਹਨਾਂ ਦੇ ਭੰਡਾਰੇ ਭਰਪੂਰ ਨੇ, ਉਹ ਸਾਰਿਆਂ ਨੂੰ ਦੇਣ ਵਾਲੇ ਨੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਹੈ, ਘਰ ਤਾਂ ਤੇਰਾ ਸਭ ਕਿਸ ਹੈ। ਜਿਸ ਦੇਹ ਸੋ ਪਾਵੇ, ਜਿਹਨੂੰ ਤੂੰ ਦਿੰਦਾ ਉਹ ਪਾਉਂਦਾ ਹੈ। ਦਿੰਦਾ ਕਿਹਨੂੰ ਆ? ਜਿਹੜੇ ਸੇਵਾ ਕਰਨ ਵਾਲੇ ਆ, ਸਿਮਰਨ ਕਰਨ ਵਾਲੇ ਆ, ਗੁਰੂ ਦਾ ਹੁਕਮ ਮੰਨਣ ਵਾਲੇ ਆ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਭਾਈ ਦੇ ਦਿੰਦਾ ਹੈ ਜੋ ਮਨ ਦੀ ਇੱਛਾ ਭਾਵਨਾ ਹੁੰਦੀ ਆ। ਉਹ ਸਭ ਕੁਝ ਦੇਣ ਵਾਲਾ ਤੇ ਕਦੇ ਕਦੇ ਮੰਗ ਕੇ ਵੀ ਵੇਖ ਲੈਂਦਾ। ਫਿਰ ਜਿਹੜੇ ਤਾਂ ਪ੍ਰੇਮੀ ਹੁੰਦੇ ਨੇ, ਪਿਆਰ ਕਰਨ ਵਾਲੇ, ਗਿਆਨਵਾਨ ਹੁੰਦੇ ਨੇ, ਗੁਰਮੁਖ ਪਿਆਰੇ, ਉਹ ਨਹੀਂ ਭੱਜਦੇ। ਆਖੋ ਸਤਿਨਾਮ। ਜਿਹੜੇ ਫਿਰ ਵਿਖਾਵੇ ਵਾਲੇ ਹੁੰਦੇ ਨੇ ਉਹ ਭੱਜ ਜਾਂਦੇ ਨੇ, ਉਹ ਨਹੀਂ ਟਿਕਦੇ। ਜਿਵੇਂ ਪਿੱਛੇ ਜੇ ਦੱਸਿਆ ਸੀ, ਕਹਿੰਦੇ ਇੱਕ ਖੰਜੂਰ ਤੇ ਖੰਜੂਰਾ ਖਾਣ ਵਾਸਤੇ ਚੜ ਗਿਆ। ਉਹ ਚੜ੍ਹਤਾ ਗਿਆ ਲਾਲਚ ਦਾ ਮਾਰਾ ਵੀ ਖੰਜੂਰਾ ਖਾਵਾਂਗੇ, ਮਿੱਠੀਆਂ ਹੋਣਗੀਆਂ। ਚੜੀ ਗਿਆ ਚੜੀ ਗਿਆ ਚੜੀ ਗਿਆ। ਜਦੋਂ ਚੜ ਗਿਆ ਖੰਜੂਰ ਤੇ ਤਾਂ ਗੁਰਮੁਖ ਪਿਆਰਿਓ ਖੰਜੂਰਾਂ ਖਾਧੀਆਂ, ਆਨੰਦ ਮਾਣਿਆ। ਜਦੋਂ ਪਿੱਛੇ ਨੂੰ ਮੁੜ ਕੇ ਥੱਲੇ ਜੇ ਦੇਖਿਆ ਵੀ ਬੜਾ ਕੰਮ ਔਖਾ, ਵੀ ਹੁਣ ਕਿਵੇਂ ਉਤਰਾਂਗੇ, ਉਹਨੂੰ ਚੱਕਰ ਆਉਣ ਲੱਗੇ। ਡਰ ਗਿਆ, ਘਬਰਾ ਗਿਆ ਕਿ ਪੰਗੇ ਹੀ ਲੈ ਲਏ ਤਾਂ ਚੜ ਕੇ। ਵੀ ਉੱਪਰ ਚੜ ਕੇ ਪੰਗੇ ਲੈ ਲਿਆ, ਕਿੱਥੇ ਵਾਗੇ ਆ। ਮੇਰੇ ਹੁਣ ਗੱਲ ਯਾਦ ਆ ਗਈ, ਆ ਗੱਲ ਚੱਲੀ ਤੋਂ। ਉਹ ਆਪਣੇ ਸਿਰ ਮਾਜਰੇ ਗੁਰਦੁਆਰਾ ਸਾਹਿਬ ਨਾ, ਜਿੱਥੇ ਸੇਵਾ ਨਿਭਾ ਕੇ ਆਏ ਆ, ਬਹੁਤ ਵੱਡਾ ਗੁਰਦੁਆਰਾ, ਥੱਲੇ 15 ਫੁੱਟ ਲੰਗਰ ਹਾਲ, ਫਿਰ 20 ਫੁੱਟ ਛੱਤ, ਫਿਰ 15 ਫੁੱਟ, ਫਿਰ 15 ਫੁੱਟ, ਫਿਰ ਗੁੰਮਟ, ਫਿਰ 10.5 ਫੁੱਟ ਦਾ ਸਤਰ। ਉਹ ਕਿਤੇ ਸਪੀਕਰ ਲੱਗੇ ਸੀ ਉੱਪਰ ਤਾਂ ਗੁੰਮਟ ਦੇ ਉੱਪਰ। ਮੈਨੂੰ ਕਹਿੰਦਾ ਜੀ ਆਵਾਜ਼ ਨਹੀਂ ਆਉਂਦੀ। ਮੈਂ ਫਿਰ ਐਂ ਕਰ, ਜੇ ਆਵਾਜ਼ ਨਹੀਂ ਆਉਂਦੀ ਨਾ, ਸਪੀਕਰ ਕਹਿੰਦਾ ਬੰਦ ਨਹੀਂ ਜੀ ਉੱਪਰ। ਮੈਂ ਐਂ ਕਰ ਬਈ, ਮਾੜਾ ਚੜ ਕੇ ਨਾ ਉੱਪਰ, ਮਾੜਾ ਤਾਰਾਂ ਤੂਰਾਂ ਜਿਹੀਆਂ ਦੇਖ ਕੇ ਆ ਮਾੜਾ ਮੋਟਾ ਵੀ ਕਿਹੜੀ ਜ਼ਰੂਰਤ ਬੰਦ ਆ। ਉਹ ਚੜ੍ਹਤਾ ਗਿਆ ਉੱਪਰ, ਵੀ ਚਲੋ ਦੇਖੀਏ ਬਾਬਾ ਜੀ ਨੇ ਕਿਹਾ। ਚੜ੍ਹਤਾ ਗਿਆ ਉੱਪਰ। ਜਦੋਂ ਉੱਪਰ ਆਲੇ ਦੁਆਲੇ ਨਗਰ 'ਚ ਨਿਗਾਹ ਮਾਰੀ, ਉਹ ਚੱਕਰ ਆਉਣ ਲੱਗ ਗਿਆ ਉਹਨੂੰ। ਉਹ ਤਾਂ ਉੱਪਰੇ ਬੈਠ ਗਿਆ। ਮੈਂ ਦੇਖੀ ਜਾਵਾਂ ਵੀ ਹੁਣ ਵੀ ਦੱਸੋ ਵੀ ਕਿਹੜੀ ਯੂਨਿਟ ਬੰਦ ਆ, ਵੀ ਹੁਣ ਵੀ ਆਊਗਾ, ਹੁਣ ਵੀ ਆਊ। ਉਹ ਤਾਂ ਪਤੰਦਰ ਦਿਨ ਚੜ੍ਹੇ ਜਾ, ਮੈਂ ਦੇਖਿਆ ਮੈਂ ਬੰਦਾ ਆਈ ਨਹੀਂ ਹੈਗਾ। ਮੈਂ ਕਿੱਧਰ ਗਿਆ? ਜਦੋਂ ਮੈਂ ਚੜ੍ਹਿਆ ਮੈਂ ਚੱਲ ਦੇਖ ਤਾਂ ਲਈ ਵੀ ਕਿਹੜੀਆਂ ਯੂਨਿਟਾਂ ਖਰਾਬ ਨੇ। ਉਹ ਉੱਪਰੇ ਬੈਠਾ। ਆਖੋ ਸਤਿਨਾਮ। ਉੱਪਰੀ ਬੈਠਾ। ਮੈਂ ਕੀ ਗੱਲ ਥੱਲੇ ਨਹੀਂ ਉਤਰਿਆ? ਕਹਿੰਦਾ ਜੀ ਮੈਨੂੰ ਨਹੀਂ ਉਤਰਿਆ ਜਾਂਦਾ, ਕਹਿੰਦਾ ਚੱਕਰ ਬੜੇ ਆਉਂਦੇ ਨੇ, ਤੁਸੀਂ ਪਤਾ ਨਹੀਂ ਕਹਿੰਦਾ ਇੰਨੀ ਉੱਚੀ ਕਿਵੇਂ ਚੜ੍ਹ ਜਾਂਦੇ ਹੋ। ਕਹਿੰਦਾ ਬੜੇ ਚੱਕਰ ਆਉਂਦੇ ਨੇ। ਹੁਣ ਉਹ ਖਜੂਰ ਦੇ ਉੱਤੇ ਤਾਂ ਚੜ੍ਹ ਗਿਆ ਲਾਲਚ ਦਾ ਮਾਰਾ ਵੀ ਖੰਜੂਰਾ ਖਾਵਾਂਗੇ। ਜਦ ਥੱਲੇ ਨੂੰ ਵੇਖਿਆ ਵੀ ਬੜੀ ਉੱਚੀ ਚੜ੍ਹ ਗਿਆ, ਜਿੱਥੇ ਗਿਰ ਗਏ ਬਚਣਾ ਕੱਖ ਨਹੀਂ ਹੈ। ਹੁਣ ਕੋਈ ਨਾ ਕੋਈ ਸੁਖਣਾ ਸੁਖ ਲਾ ਮਨਾ ਜੇ ਬਚਣਾ। ਇਹ ਕਹਿੰਦਾ ਇਹ ਵਾਹਿਗੁਰੂ ਭਲੀ ਭਾਂਤ ਸੁੱਖਾਂ ਦੇ ਨਾਲ ਥੱਲੇ ਉਤਰ ਜਾ, ਗੁਰਦੁਆਰੇ 101 ਚਾਦਰ ਚੜਾ ਦਿਆਂਗਾ, ਸੁੱਖ ਸੁੱਖ ਲਈ। ਚਲੋ ਦਿਲ ਜਾ ਕਿਹੜਾ ਕਰਕੇ ਥੋੜਾ ਜਿਹਾ ਥੱਲੇ ਨੂੰ ਆਇਆ। ਮਨ ਦੇ ਵਿੱਚ ਸੋਚਦਾ, ਕਹਿੰਦਾ ਜ਼ਿਆਦਾ ਨਹੀਂ ਸੁੱਖਣਾ ਸੁੱਖ ਲਈ, ਘੱਟ ਕਰ ਲੈਨੇ, ਇੰਨੀ ਕੀ ਕਰਨੀ ਨੇ ਚਾਦਰਾਂ।
ਚੱਲ ਕਹਿੰਦਾ 75 ਹੀ ਬਹੁਤ ਨੇ। ਹੌਲੀ ਹੌਲੀ ਥੱਲੇ ਜੇ ਆਇਆ, ਫਿਰ 50 ਤੇ ਆ ਗਿਆ, ਹੋਰ ਥੱਲੇ ਆਇਆ, ਫਿਰ 25 ਤੇ, ਫਿਰ ਹੋਰ ਥੱਲੇ ਆਇਆ। ਤਾਂ ਗੁਰਮੁਖ ਪਿਆਰਿਓ ਜਦ ਮਾਰ ਕੇ ਸਾਲ ਜੀ ਥੱਲੇ ਕਹਿੰਦਾ ਹੋ ਪੜੇ, ਕਹਿੰਦਾ ਯਾਰ 25 ਵੀ ਜ਼ਿਆਦਾ ਲੱਗਦੀ, 25 ਵੀ ਜ਼ਿਆਦਾ ਲੱਗਦੀਆਂ ਨੇ, ਇੰਨੇ ਦਾ ਕੀ ਕਰਨਾ ਗੁਰੂ ਨੇ, ਚਲ ਇੱਕੇ ਚੜਾ ਦਾਂਗੇ। ਜਾਂਦਾ ਜਾਂਦਾ ਸੋਚਦਾ ਕਹਿੰਦਾ ਇੱਕ ਵੀ ਜ਼ਿਆਦਾ ਹੀ ਆ, ਉੱਥੇ ਕੀ ਕਰਨੀ ਹੈ, ਕਹਿੰਦਾ ਤਾਂ ਬਾਬੇ ਨਹੀਂ ਵਿਛਾ ਕੇ ਬੈਠਣੀਆਂ ਨੇ, ਆਪ ਹੀ ਲਈ ਜਾਣਗੇ। ਆਹ ਅੱਜ ਦੇ ਸਿੱਖ ਦੀ ਹਾਲਤ ਆ। ਮੰਗਣ ਨੂੰ ਤਾਂ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਜੀ ਤੋਂ ਬਹੁਤ ਕੁਝ ਮੰਗਦਾ, ਵਾਹਿਗੁਰੂ ਜੀ ਆਹ ਵੀ ਕਿਰਪਾ ਕਰਦੇ, ਆਹ ਵੀ ਕਰਦੇ, ਆਹ ਵੀ ਕਰਦੇ, ਆਹ ਵੀ ਦੇ ਦੇ। ਜਿੱਦੇ ਵਾਹਿਗੁਰੂ ਪਰਮੇਸ਼ਰ ਮੰਗਦਾ ਨਾ, ਉਹਦੇ ਫਿਰ ਹੱਥ ਘੁੱਟਦਾ। ਮਹਾਰਾਜ ਜੀ ਬਾਣੀ ਦੇ ਵਿੱਚ ਦੱਸਦੇ ਨੇ, ਮਹਾਰਾਜ ਜੀ ਕਹਿੰਦੇ 10 ਵਸਤੂ ਲੈ ਪਾਸੇ ਪਾਵੇ। ਮਹਾਰਾਜ ਜੀ ਕਹਿੰਦੇ 10 ਵਸਤੂਆਂ 10 ਚੀਜ਼ਾਂ ਲੈ ਕੇ ਪਾਸੇ ਹੋ ਜਾਂਦਾ। ਜੇ ਕਿਤੇ ਕਹਿੰਦੇ ਉਹ 10 ਵਸਤੂਆਂ ਦੇ ਵਿੱਚੋਂ ਇੱਕ ਵਸਤੂ ਪਰਮੇਸ਼ਰ ਮੰਗ ਲਵੇ, ਕਹਿੰਦੇ ਦੌਰੇ ਪੈਣ ਵਾਲੇ ਹੋ ਜਾਂਦੇ ਨੇ। ਆਖੋ ਸਤਨਾਮ। 10 ਵਸਤੂ ਲੈ ਪਾਸੇ ਪਾਵੇ। ਮਹਾਰਾਜ ਜੀ ਕਹਿੰਦੇ ਇੱਕ ਮੰਗ ਲੈ ਤੇ ਦੌਰੇ ਪੈਣ ਵਾਲੇ ਹੋ ਜਾਂਦੇ ਨੇ। ਕਹਿੰਦੇ ਇਹ ਦੱਸੋ ਵੀ ਜੇ 10 ਵਸਤੂਆਂ ਦੇਣ ਵਾਲੇ ਨੇ 10 ਵਾਪਸ ਲੈ ਲਿਆ, ਫਿਰ ਕੀ ਕਰੋਗੇ? ਆਖੋ ਸਤਨਾਮ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਵੱਡੇ ਦਿਆਲੂ ਤੇ ਕਿਰਪਾਲੂ ਸਨ। ਹੁਣ ਕਿਰਪਾਲ ਚੰਦ ਨੇ, ਜਿਸ ਨੇ ਧਰਮ ਦੀ ਸਹੁੰ ਖਾ ਕੇ ਗੋਪਾਲ ਨੂੰ ਸੱਦਿਆ ਸੀ, ਸਤਿਗੁਰੂ ਜੀ ਦੇ ਇਸ ਸੰਦੇਸ਼ ਨੂੰ ਸੁਣ ਕੇ ਸਾਰੇ ਦੂਰੋਂ ਨੇੜੇ ਤੋਂ ਬਹੁਤ ਸਾਰੇ ਵਿਦਵਾਨ ਪੰਡਿਤ ਅਨੰਦਪੁਰ ਸਾਹਿਬ ਇਕੱਠੇ ਹੋ ਗਏ। ਮਹਾਰਾਜ ਜੀ ਨੇ ਸਾਰਿਆਂ ਦੇ ਮਨ ਭਾਉਂਦਾ ਖਾਣਾ ਪੀਣਾ ਪ੍ਰਬੰਧ ਕਰ ਦਿੱਤਾ। ਜਦ ਪੰਡਿਤ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਉਹਨਾਂ ਦੀ ਪ੍ਰੀਖਿਆ ਲੈਣ ਵਾਸਤੇ ਕਿ ਕੌਣ ਅਸਲੀ ਰੂਪ ਵਿੱਚ ਬ੍ਰਾਹਮਣ ਹੈ ਤੇ ਕੌਣ ਲਾਲਚੀ ਹੈ, ਨਾਮ ਧਰੀਕ ਬ੍ਰਾਹਮਣ ਹੈ, ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਸਾਰੇ ਅਨੇਕ ਪ੍ਰਕਾਰ ਦੀ ਪੱਕੀ ਰਸੋਈ ਤਿਆਰ ਕਰੋ। ਸੇਵਕਾਂ ਨੇ ਆਗਿਆ ਅਨੁਸਾਰ ਮਿਸ਼ਟਾਨ, ਲੱਡੂ, ਪੂੜੇ ਆਦਿਕ ਮਠਿਆਈਆਂ ਤਿਆਰ ਕਰਕੇ ਕੋਠੇ ਭਰ ਦਿੱਤੇ। ਇਸ ਤਰ੍ਹਾਂ ਸਭ ਕੁਝ ਤਿਆਗ ਕਰਕੇ ਗੁਰੂ ਜੀ ਨੇ ਪੰਡਤਾਂ ਦੇ ਡੇਰਿਆਂ ਵਿੱਚ ਆਪਣੇ ਸੇਵਕ ਭੇਜ ਕੇ ਸਭ ਨੂੰ ਸੁਣਾਇਆ ਕਿ ਜਿਹੜਾ ਖੀਰ ਆਦਿਕ ਦਾ ਭੋਜਨ ਖਾਏਗਾ ਉਸ ਨੂੰ 5 ਰੁਪਏ ਦਸਣਾ ਮਿਲਣਗੇ। ਜਿਹੜਾ ਖੀਰ ਖਾਏਗਾ ਉਹਨੂੰ 5 ਰੁਪਏ ਦਸਣਾ ਮਿਲਣੀ ਆ। ਮਹਾਰਾਜ ਜੀ ਕਹਿੰਦੇ ਪਰਖ ਕਰਕੇ ਦੇਖਦੇ ਸੀ, ਕਹਿੰਦੇ ਜਿਹੜਾ ਮਾਸ ਖਾਏਗਾ ਉਹਨੂੰ 5 ਅਸਰਫੀਆਂ ਸੋਨੇ ਦੀਆਂ ਮੋਹਰਾਂ ਵਜੋਂ ਦਿੱਤੀਆਂ ਜਾਣਗੀਆਂ। ਪਰਖ ਸੀ। ਮਹਾਰਾਜ ਕਹਿੰਦੇ ਜੇ ਤਾਂ ਫਿਰ ਪੱਕੇ ਹੋਣਗੇ ਜਿਹੜੇ ਪੰਡਤ, ਉਹ ਤਾਂ ਖੀਰੇ ਖਾਣਗੇ। ਜਿਹੜੇ ਫਿਰ ਨਕਲੀ ਹੋਣਗੇ ਉਹ ਲਾਲਚ ਵਿੱਚ ਆ ਜਾਣਗੇ, ਮਾਸ ਖਾਣ ਵਾਸਤੇ ਵੀ ਤਿਆਰ ਹੋ ਜਾਣਗੇ ਤੇ 5 ਸਰਫੀ ਮੋਹਰਾਂ ਦਾ ਲਾਲਚ ਵਿੱਚ ਆ ਜਾਣਗੇ। ਹੁਣ ਪਤਾ ਲੱਗ ਜਾਏਗਾ ਕਹਿੰਦੇ ਕਿਹੜਾ ਅਸਲੀ ਆ ਤੇ ਕਿਹੜਾ ਨਕਲੀ ਆ। ਮੰਨ ਲਓ ਹੁਣ ਜਿਹੜੇ ਤੁਸੀਂ ਬੈਠੇ ਹੋ ਗੁਰੂ ਦੇ ਸਿੱਖ, ਗੁਰੂ ਦੇ ਚਰਨਾਂ ਦਾ ਅਸਲੀ ਹੋ, ਰੋਜ਼ ਆਉਂਦੇ ਆ ਨਾ, ਨਿੱਤ ਹਾਜ਼ਰੀ ਭਰਦੀ ਹੈ, ਅਨਾਉਂਸਮੈਂਟ ਕਰਦੀ ਹੈ ਵੀ ਸਵੇਰੇ ਭਾਈ ਤੜਕੀ 2 ਵਜੇ 5 ਮੋਹਰਾਂ ਸੋਨੇ ਦੀਆਂ ਦਿੱਤੀਆਂ ਜਾਣਗੀਆਂ।
इक्के कह दिए, दो तो ज़्यादा ने, पंज तो ज़्यादा ने, एक कह दिए। लै मैं लगता इतने बोबीना नूं कपड़े वसाउण नूं जगह नहीं मिलनी, बैठण नूं भी बिठाइए कित्थे ने संगत नूं, इन्ना इकट्ठ हो जाऊगा। पता लग जाता ना भी असली किहड़ा ते नकली किहड़ा, परख हो जाती आ भी श्रद्धालु किहड़ा, प्यार वाला किहड़ा ते देखा दाखी वाला किहड़ा। कई देखा दाखी वाले हुंदे ने भी देखी भी बाबे कथा करते हैं किन्नी कुछ संगत आउंदी है उत्थे, किन्ने कुछ भाई ने किन्नी कमाइयां ने, की सुनाया की कहणगे देखा देखी वाले। पर असली लाहा वो लैंदे ने जिहड़े सुणदे ने ते सुन के मनदे ने, उन्हां ते किरपा हुंदी। आखो सतनाम। हुण लालच दिता महाराज जी ने, कहंदे जिहड़े तां खीर खाऊगा उन्होंने तां भाई 5 रुपये दसना मिलेगी, जिहड़ा मांस खाऊगा उन्होंने फिर 5 सरफियां सोने दियां मोहरां दित्तियां जाणगियां। सतगुरु जी वल्लों ये संदेश सुन के हज़ारां की गिणती विच पंडित लालच बस हो गए। हज़ारां की गिणती दे विच पंडित लालच बस होके मांस खाण वास्ते तैयार हो गया। आखो सतनाम। केवल थोड़े जहे ही खीर खाण वाली पंक्ति विच बैठे, जदों दोवें पंक्तियां सतगुरु कलगीधर पातशाह जी ने वेख्या तां गुरमुख प्यारिओ तां सतगुरु जी दखणा देण वास्ते आ गए। जदों देखिया खीर वाली पंक्ति विच थोड़े ते गुरमुख प्यारिओ जिहड़े मांस खाण वाली पंक्ति थी उन्हां दी बड़ियां लाइनां लगियां पईयां। गुरु किसी नूं मांस नहीं खवांदा, वो तां हटाउंदा है, वो तां इन्हां नखिद्ध वस्तुआं तों मना करदा। महाराज जी कहंदे जी जो मारे जोर कर कहते हैं हलाल, दबतर दे लेखा मंगे तब होएगो कौन हवाल। महाराज जी कहंदे जिहड़े जीव मार मार के खाने हो ना, उन्हां दा लेखा देना पैंदा भाई। हुण ब्याह नहीं हुंदे लड़के लड़कियां दे, कई इहो जिहे नखिद्ध वस्तुआं जिहड़े ब्याह विच खांदे आ, दोष किहनूं लगदा? जीव किहदे करके मारे जांदे आ? लड़का और लड़की, इन्हां करके जीव मारे जांदे आ। तां गुरमुख प्यारे दोष लड़का ते लड़की नूं लगदा है। इस करके हुण जिन्ने भी पंडित बैठे सारे इकट्ठे होके बैठे आ, लालच दे विच आके मांस खाण वास्ते भी अपना दीन धर्म त्याग के चले गए। तां गुरमुख प्यारिओ ब्राह्मणां नूं आप जी ने मांसहारी ब्राह्मणां नूं संबोधन करके कहा कि तुसी ब्राह्मण नहीं हो सकते, तुसी पखंडी हो जिन्हां ने लोभ करके अपना धर्म हार दिता। आखो सतनाम। तुसी धर्म भ्रष्ट हो, आप तां बिगड़े होए हो ते होरनां नूं भी बिगाड़दे हो। तुसी सारे सख्त सज़ा दे लायक हो। आखो सतनाम। महाराज जी कहते इन्हों करो काबू सारे पंडित जिहड़े सोने दी सरफी मोहर वाले ते खीर खाने ने तो दिता नियाम, उन्होंने तो देतिया 5-5 मोहरा सरफी। पर जिहड़े फिर लालची पंडित सी ना, महाराज जी कहते इन्हों सारिਆਂ ਨੂੰ सख्त सज़ा दे लायक ने। पर जे तुहानूं हुण सज़ा दिती जावे तो बहुता रौला मच जाएगा, क्योंकि हज़ारां की गिणती में पंडित इकट्ठे हुए सी। कोई सानू भला कहेगा, कोई बुरा कहेगा। कई कहणगे भी गुरु ने पंडित बुला के घर आनंदपुर भी कुटिया मारिया, बहुता रौला मच जाएगा। कोई माड़ा कहेगा, कोई चंगा कहेगा। महाराज जी कहते
ਪਹਿਲਾਂ ਆਪੇ ਘਰ ਸੱਦ ਕੇ ਫਿਰ ਗੁਰੂ ਜੀ ਨੇ ਦੰਡ ਦੇ ਦਿੱਤਾ। ਇਸ ਕਰਕੇ ਤੁਹਾਨੂੰ ਇਸ ਵੇਲੇ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ। 5-5 ਮੋਹਰਾਂ ਦੀ ਥਾਂ ਕੇਵਲ 5-5 ਰੁਪਏ ਦਿੱਤੇ ਜਾਂਦੇ ਹਨ, ਜਿਸ ਕਰਕੇ ਤੁਸੀਂ ਖਾਲੀ ਹੱਥ ਘਰਾਂ ਨੂੰ ਨਾ ਜਾਓ। ਇਉਂ ਆਪ ਜੀ ਨੇ ਇਹਨਾਂ ਨੂੰ ਵਿਦਾ ਕਰ ਦਿੱਤਾ 5-5 ਮੋਹਰਾਂ ਦੇ ਕੇ। ਫਿਰ ਸਤਿਗੁਰੂ ਜੀ ਖੀਰ ਖਾਣ ਵਾਲਿਆਂ ਦੀ ਪੰਗਤੀ ਵੱਲ ਗਏ ਅਤੇ ਉਹਨਾਂ ਨੂੰ ਕਿਹਾ, ਤੁਸੀਂ ਲੋਭ ਕਰਕੇ ਧਰਮ ਨਹੀਂ ਹਾਰਿਆ, ਜੋ ਪ੍ਰਲੋਕ ਵਿੱਚ ਸਹਾਈ ਹੁੰਦਾ ਹੈ ਤੁਹਾਨੂੰ ਸ਼ਾਬਾਸ਼ੀ ਹੈ। ਉਹਨਾਂ ਨੂੰ ਸਤਿਗੁਰੂ ਜੀ ਨੇ 5-5 ਮੋਹਰਾਂ ਸਰਫੀ ਅਤੇ ਬੜੇ ਸਤਿਕਾਰ ਨਾਲ ਉਹਨਾਂ ਦਾ ਡੇਰਾ ਕਰਾ ਦਿੱਤਾ। ਤੇ ਸਤਿਗੁਰੂ ਜੀ ਦੇ ਇਸ ਅਨੋਖੇ ਕੌਤਕ ਦੀ ਚਰਚਾ ਸਾਰੇ ਫੈਲ ਗਈ। ਜਦ ਕੁਝ ਸਮਾਂ ਬੀਤ ਗਿਆ ਤਾਂ ਪੰਡਤਾਂ ਨੂੰ ਸਤਿਗੁਰੂ ਜੀ ਪਾਸ ਟਿਕਿਆਂ ਨੂੰ ਹੋ ਗਿਆ ਤਾਂ ਆਪ ਜੀ ਨੇ ਸਾਰੇ ਪੰਡਤਾਂ ਨੂੰ ਬੜੇ ਸਤਿਕਾਰ ਦੇ ਨਾਲ ਸੱਦ ਕੇ ਆਖਿਆ, ਹੇ ਬੁੱਧੀਮਾਨ ਪੰਡਤ ਜੀ, ਅਸੀਂ ਚੰਡਕਾ ਦੇਵੀ ਨੂੰ ਪੂਜਣ ਦੇ ਇੱਛਾਵਾਨ ਹਾਂ। ਵੇਦਾਂ ਸ਼ਾਸਤਰਾਂ ਵਿੱਚ ਜਿਸ ਤਰ੍ਹਾਂ ਮੰਤਰਾਂ ਦੇ ਜਾਪ ਤੇ ਬਲੀਆਂ ਦੇਣੀਆਂ ਲਿਖੇ ਹਨ, ਤਿਵੇਂ ਸਾਨੂੰ ਤੁਸੀਂ ਦੱਸੋ। ਪੰਡਤਾਂ ਵਿੱਚੋਂ ਇੱਕ ਮੁਖੀ ਨੇ ਕਿਹਾ, ਗੁਰੂ ਜੀਓ, ਐਸੇ ਬਹੁਤ ਪੰਡਤ ਜੋ ਮੰਤਰਾਂ ਦੀ ਪਾਠ ਵਿਧੀ ਤੇ ਵਰਨਾਂ ਦੇ ਯੋਗ ਕਰਕੇ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਸਿੱਧ ਕਰ ਲੈਂਦੇ ਨੇ, ਆਪ ਜੀ ਨੂੰ ਮਿਲ ਸਕਦੇ ਹਨ। ਪਰ ਇਸ ਤਰ੍ਹਾਂ ਦੇਵੀ ਪ੍ਰਤੱਖ ਹੋ ਕੇ ਦਰਸ਼ਨ ਦਿੰਦੀ ਅੰਤਰਗਤ ਹੀ ਭਰ ਦਿੰਦੀ ਹੈ। ਇੱਕ ਕੇਸੋ ਨਾਮ ਦਾ ਪੰਡਤ ਕਾਂਸੀ ਵਿੱਚ ਰਹਿੰਦਾ ਹੈ। ਉਹਦੇ ਬਰਾਬਰ ਇਸ ਵੇਲੇ ਦੇਸ਼ ਵਿੱਚ ਹੋਰ ਕੋਈ ਸਿਆਣਾ ਨਹੀਂ ਹੈ। ਉਸ ਨੂੰ ਸੱਦ ਲਵੋ ਤਾਂ ਉਹ ਪੂਰੀ ਬੁੱਧੀ ਨਾਲ ਸਭ ਠੀਕ ਕਰ ਦੇਵੇਗਾ। ਕੇਸੋ ਦਾ ਵਿਚਾਰਾ ਪਹਿਲੀ ਗੁਰੂ ਜੀ ਦੇ ਕੋਲੋਂ ਭੱਜਿਆ ਹੋਇਆ ਸੀ। ਜਦੋਂ ਮਹਾਰਾਜ ਜੀ ਨੈਣਾ ਦੇਵੀ ਦੇ ਟਿੱਲੇ ਤੇ ਗਏ ਸੀ, ਚੰਡੀ ਪ੍ਰਗਟ ਕਰ ਰਹੇ ਸੀ, ਜਦੋਂ ਹੁਣ ਹੌਲੇ ਦਾ ਮੇਲਾ, ਇਸ ਸਮੇਂ ਵਿੱਚ ਫੱਗਣ ਵਿੱਚ ਹੌਲੇ ਦੇ ਮੇਲੇ ਉੱਤੇ ਬਹੁਤ ਸਿੱਖ ਸੰਗਤਾਂ ਇਕੱਠੀਆਂ ਹੋ ਗਈਆਂ ਅਤੇ ਭਾਂਤ ਦੇ ਰਾਗ ਰੰਗ ਹੋਣ ਲੱਗੇ। ਕਿਤੇ ਗੁਰਬਾਣੀ ਦੇ ਪਾਠ ਕੀਰਤਨ ਤੇ ਪੁਰਾਣਾਂ ਦੀ ਕਥਾ ਹੋਣ ਲੱਗੀ ਤੇ ਕਿਤੇ ਕਵੀ ਜਨਾਂ ਦੇ ਕਵੀ ਦਰਬਾਰ ਲੱਗ ਗਏ। ਕਿਤੇ ਸੰਗਤਾਂ ਕੜਾਹ ਪ੍ਰਸਾਦ ਦੇ ਖੁੱਲੇ ਗੱਫੇ ਵੰਡ ਕੇ ਖਾ ਰਹੀਆਂ ਹਨ। ਇੱਕ ਪਾਸੇ ਲੋਹਾਰ ਸ਼ਾਸਤਰ ਤਿਆਰ ਕਰ ਰਹੇ ਸਨ। ਇਸ ਤਰ੍ਹਾਂ ਹਰ ਇੱਕ ਗੁਣੀ ਜਨ ਆਪੋ ਆਪਣੇ ਗੁਣ ਗੁਰੂ ਜੀ ਨੂੰ ਵਿਖਾ ਕੇ ਖੁਸ਼ ਕਰ ਰਹੇ ਸਨ। ਇਸ ਤਰ੍ਹਾਂ ਸਭ ਨੇ ਮਿਲ ਕੇ ਫੱਗਣ ਦਾ ਮਹੀਨਾ ਬਤੀਤ ਕੀਤਾ। ਹੌਲੀ ਹੌਲੀ ਖੇਡ ਕੇ ਆਨੰਦ ਮਾਣਿਆ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਹੌਲੀਆਂ ਵਾਲੇ ਦਿਨ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਉੱਤੇ ਦੀਵਾਨ ਲਾ ਕੇ ਸਭ ਸੰਗਤਾਂ ਨੂੰ ਹੋਲੀ ਖੇਡਣ ਦੀ ਆਗਿਆ ਕੀਤੀ। ਹਿੰਦੂ ਤੇ ਤੁਰਕਾਂ ਨੇ ਸਿੱਖ ਸੰਗਤ ਨੂੰ ਮਖੌਲ ਕਰਨਾ, ਹਿੰਦੂ ਤੇ ਤੁਰਕਾਂ ਨੇ ਸਿੱਖ ਸੰਗਤਾਂ ਨੂੰ ਮਖੌਲ ਕਰਨਾ। ਹੌਲੀਆਂ ਤੋਂ ਪਿੱਛੋਂ ਵਿਸਾਖੀ ਦੇ ਮੇਲੇ ਉੱਤੇ ਆਈਆਂ ਸੰਗਤਾਂ ਨੇ ਸਤਿਗੁਰੂ ਜੀ ਨੂੰ ਦੱਸਿਆ ਕਿ ਹਿੰਦੂ ਤੇ ਤੁਰਕ ਉਹਨਾਂ ਨੂੰ ਵੇਖ ਕੇ ਉਹਨਾਂ ਦੀਆਂ ਨਕਲਾਂ ਲਾਉਂਦੇ ਨੇ ਤੇ ਮਖੌਲ ਕਰਦੇ ਆ। ਤਦ ਆਪ ਜੀ ਨੇ ਸਭ ਸੰਗਤਾਂ ਨੂੰ ਫਰਮਾਇਆ ਕਿ ਆਪਣੇ ਪਾਸ ਸ਼ਸਤਰ ਰੱਖਿਆ ਕਰੋ। ਮਹਾਰਾਜ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਰਮਾਇਆ, ਹੁਕਮ ਕੀਤਾ, ਕਹਿੰਦੇ ਆਪਣੇ ਪਾਸ ਸ਼ਸਤਰ ਰੱਖਿਆ ਕਰੋ। ਸ਼ਸਤਰਾਂ ਨੂੰ ਵੇਖ ਕੇ ਮਖੌਲ ਕਰਨ ਦਾ ਕਿਸੇ ਦਾ ਹੀਆ ਨਹੀਂ ਪਵੇਗਾ। ਪਰ ਜੇ ਫਿਰ ਵੀ ਕੋਈ ਸ਼ਰਾਰਤ ਕਰੇ ਤਾਂ ਉਸ ਦਾ ਸ਼ਸਤਰਾਂ ਨਾਲ ਟਾਕਰਾ ਕਰੋ। ਗੁਰੂ ਤੁਹਾਡੇ ਸਹਾਈ ਹੋਵੇਗਾ, ਤੁਹਾਡੀ ਜਿੱਤ ਹੋਵੇਗੀ।
ਸਾਤਰਾਂ ਦੀ ਬਹੁਤ ਮਹਿਮਾ ਹੈ, ਦੋਹਾਂ ਲੋਕਾਂ ਵਿੱਚ ਸੁੱਖ ਦੇਣ ਵਾਲਾ ਹੈ। ਇਸ ਲੋਕ ਵਿੱਚ ਬੈਰੀ ਨੂੰ ਜਿੱਤ ਕੇ ਪ੍ਰਿਥਵੀ ਦੇ ਭੋਗਾਂ ਦਾ ਸੁੱਖ ਪ੍ਰਾਪਤ ਹੁੰਦਾ ਹੈ, ਅਤੇ ਬੈਰੀ ਨਾਲ ਯੁੱਧ ਕਰਕੇ ਮੌਤ ਆ ਜਾਵੇ ਤਾਂ ਪੁਰਸ਼ ਸਵਰਗਾਂ ਨੂੰ ਜਾਂਦਾ ਹੈ। ਸਤਿਗੁਰੂ ਜੀ ਦਾ ਇਹ ਉੱਤਰ ਗ੍ਰਹਿਣ ਕਰਕੇ ਸਭ ਨੇ ਸ਼ਾਸਤਰ ਧਾਰਨੇ ਸ਼ੁਰੂ ਕਰ ਦਿੱਤੇ। ਆਖੋ ਸਤਨਾਮ। ਇੱਕ ਵਾਰ ਪੱਛਮ ਦੇਸ਼ ਦੀ ਸੰਗਤ ਨੇ ਬੇਨਤੀ ਕੀਤੀ, ਇੱਕ ਵਾਰ ਪੱਛਮ ਦੀ ਸੰਗਤ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਤੁਰਕ ਰਾਜ ਦਾ ਜ਼ੋਰ ਹੋਣ ਕਰਕੇ ਇਹ ਬੜੇ ਹੰਕਾਰੀ ਹੋ ਗਏ ਨੇ। ਅਸੀਂ ਕਿਸੇ ਨੂੰ ਕੁਝ ਨਹੀਂ ਆਖਦੇ, ਛੇੜਦੇ ਨਹੀਂ, ਪਰ ਇਹ ਫਿਰ ਵੀ ਸਾਨੂੰ ਵੇਖ ਕੇ ਬਿਨਾਂ ਕਿਸੇ ਕਾਰਨ ਦੇ ਹੀ ਤੰਗ ਕਰਦੇ ਰਹਿੰਦੇ ਨੇ, ਐਵੇਂ ਤੰਗ ਕਰਦੇ ਰਹਿੰਦੇ ਨੇ। ਸਾਡੇ ਵਿੱਚੋਂ ਤੁਰਕਾਂ ਨੇ ਕਈ ਸਿੱਖ ਸ਼ਹੀਦ ਕਰ ਦਿੱਤੇ। ਤੁਰਕਾਂ ਨੇ ਕਈ ਸਿੱਖ ਸ਼ਹੀਦ ਕਰ ਦਿੱਤੇ ਹਨ, ਕਈ ਫੱਟੜ ਹੋ ਕੇ ਘਰਾਂ ਨੂੰ ਮੁੜ ਗਏ ਹਨ। ਬਾਕੀ ਥੋੜ੍ਹੇ ਜਿਹੇ ਬਚੇ ਹਨ, ਉਹ ਆਪ ਜੀ ਦੇ ਹਾਜ਼ਰ ਹੋ ਗਏ ਹਾਂ। ਤੁਹਾਡੀ ਕਾਰ ਭੇਟਾ ਉਹਨਾਂ ਨੇ ਖੋਹ ਲਈ। ਮਹਾਰਾਜ ਜੀ ਕਹਿੰਦੇ ਜਿਹੜੀ ਤੁਹਾਡੇ ਵਾਸਤੇ ਭੇਟਾ ਲੈ ਕੇ ਆਏ ਸੀ, ਸੇਵਾ ਲੈ ਕੇ ਆਏ ਸੀ, ਉਹ ਤੁਰਕਾਂ ਨੇ ਖੋਹ ਲਈ ਹੈ। ਸਿੱਖਾਂ ਦੀ ਇਹ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੁਝ ਚਿਰ ਚੁੱਪ ਰਹੇ ਅਤੇ ਫਰਮਾਇਆ, ਕਹਿੰਦੇ ਤੁਸੀਂ ਕੋਈ ਚਿੰਤਾ ਨਾ ਕਰੋ, ਅਸੀਂ ਤੁਹਾਡੇ ਵਿੱਚ ਉਹ ਸ਼ਕਤੀ ਭਰ ਦਿਆਂਗੇ ਜਿਸ ਨਾਲ ਤੁਸੀਂ ਸਭ ਦੇ ਵਿਜੇ ਪਾਓਗੇ। ਤੁਹਾਡੇ ਸਾਹਮਣੇ ਕੋਈ ਅਟਕ ਨਹੀਂ ਸਕੇਗਾ। ਜਿਸ ਤਰ੍ਹਾਂ ਰਾਮਚੰਦਰ ਜੀ ਨੇ ਅਤੇ ਕ੍ਰਿਸ਼ਨ ਜੀ ਨੇ ਆਪਣੇ ਬੈਰੀਆਂ ਨਾਲ, ਸਾਤਰਾਂ ਨਾਲ ਯੁੱਧ ਕਰਕੇ ਉਹਨਾਂ ਨੂੰ ਜਿੱਤਿਆ, ਪਰ ਕਰਾਮਾਤ ਵਰਤਣੀ ਇਸ ਤਰ੍ਹਾਂ ਅਸੀਂ ਕਰਾਮਾਤ ਦੀ ਸ਼ਕਤੀ ਵਰਤਾਣੀ ਠੀਕ ਨਹੀਂ ਸਮਝਦੇ। ਅਸੀਂ ਕਰਾਮਾਤ ਵਰਤਣੀ ਠੀਕ ਨਹੀਂ ਸਮਝਦੇ। ਸਾਤਰਾਂ ਨਾਲ ਤੁਰਕਾਂ ਨੂੰ ਰਣ ਖੇਤ ਵਿੱਚ ਨਾਸ਼ ਕਰਾਂਗੇ, ਕਰਾਮਾਤ ਨਹੀਂ ਵਿਖਾਵਾਂਗੇ, ਸਾਤਰਾਂ ਦੇ ਨਾਲ ਸੋਧਾਂਗੇ ਤੇ ਸਾਤਰਾਂ ਦੇ ਨਾਲ ਸਿੱਧੀ ਕਰਾਂਗੇ। ਮਹਾਰਾਜ ਜੀ ਕਹਿੰਦੇ ਜੇ ਕਰਾਮਾਤ ਵਿਖਾਈਏ ਤਾਂ ਇੱਕ ਦਿਨ ਵਿੱਚ ਹੀ ਸਭ ਤੁਰਕਾਂ ਦਾ ਨਾਸ਼ ਕਰ ਦਈਏ। ਆਖੋ ਸਤਨਾਮ। ਪਰ ਦਿਖਾਣੀ ਨਹੀਂ ਕਹਿੰਦੇ। ਗੁਰੂ ਘਰ ਦੇ ਵਿੱਚ ਗੁਰਮੁਖ ਪਿਆਰਿਓ, ਰੱਬ ਦੇ ਪਿਆਰੇ ਸਾਧੂ ਮਹਾਂਪੁਰਸ਼ਾਂ ਦੇ ਕੋਲ ਹੁੰਦਾ ਸਭ ਕੁਝ ਹੀ ਆ। ਸਭ ਸ਼ਕਤੀਆਂ, ਸਭ ਪਾਵਰਾਂ, ਸਭ ਰਿੱਧੀਆਂ ਸਿੱਧੀਆਂ ਤਾਕਤਾਂ ਹੁੰਦੀਆਂ ਨੇ, ਪਰ ਉਹ ਵਿਖਾਉਂਦੇ ਨਹੀਂ। ਆਖੋ ਸਤਨਾਮ। ਆਪਣੇ ਆਪ ਹੀ ਵਰਤ ਜਾਂਦੀਆਂ ਨੇ ਭਾਈ, ਦਿਖਾਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਵਰਤ ਜਾਂਦੀਆਂ ਨੇ। ਮਹਾਰਾਜ ਜੀ ਕਹਿੰਦੇ ਭਾਈ ਜੇ ਕਰਾਮਾਤ ਵਿਖਾਈਏ ਤਾਂ ਇੱਕ ਦਿਨ ਸਭ ਤੁਰਕਾਂ ਦਾ ਨਾਸ਼ ਕਰ ਦਈਏ ਅਤੇ ਜਰਵਾਣੇ ਹਿੰਦੂ ਨੂੰ ਆਪਣੇ ਅਧੀਨ ਕਰ ਲਈਏ, ਪਰ ਕਰਾਮਾਤ ਪ੍ਰਗਟ ਕਰਨ ਨਾਲ ਸਾਡਾ ਪਰਨ ਟੁੱਟ ਜਾਂਦਾ ਹੈ। ਨਾਟਕ ਚੇਟਕ ਕੀਏ ਕੁਕਾਜਾ, ਇਹ ਗੁਰਬਾਣੀ ਦੀ ਪੰਕਤੀ ਆ। ਮਹਾਰਾਜ ਜੀ ਕਹਿੰਦੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹੋ ਆਬਤ ਲਾਜਾ। ਇਸੇ ਕਰਕੇ ਅਸੀਂ ਕਰਾਮਾਤ ਨਹੀਂ ਵਰਤਾਉਣੀ ਚਾਹੁੰਦੇ। ਭਗਉਤੀ ਦੀ ਸਹਾਇਤਾ ਨਾਲ, ਸ੍ਰੀ ਸਾਹਿਬ ਦੀ ਸਹਾਇਤਾ ਨਾਲ ਜਗਤ ਵਿੱਚ ਖੜਗ ਯੁੱਧ ਕਰਕੇ ਸਭ ਦੁਖੀਆਂ ਦਾ ਨਾਸ਼ ਕਰਾਂਗਾ। ਮਹਾਰਾਜ ਜੀ ਕਹਿੰਦੇ ਚਿੰਤਾ ਨਾ ਕਰੋ, ਸਾਰੇ ਜਿੰਨੇ ਵੀ ਦੁਖੀ ਨੇ ਸਾਰਿਆਂ ਦਾ ਨਾਸ਼ ਕਰਾਂਗਾ ਕਿਰਪਾਨ ਦੇ ਨਾਲ, ਸ੍ਰੀ ਸਾਹਿਬ ਦੇ ਨਾਲ। ਚਿੰਤਾ ਨਾ ਕਰੋ। ਆਪ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਸਿੱਖ ਸੰਗਤਾਂ ਬਹੁਤ ਖੁਸ਼ੀ ਦੇ ਨਾਲ, ਖੁਸ਼ੀ ਸਹਿਤ ਆਗਿਆ ਲੈ ਕੇ ਘਰਾਂ ਨੂੰ ਵਿਦਾ ਹੋਈਆਂ। ਕਾਂਸੀ ਦੇ ਪੰਡਤਾਂ ਦਾ ਮੇਲਾ
ਕਾਂਸੀ ਦੇ ਪੰਡਤਾਂ ਦਾ ਮੇਲਾ। ਕਾਂਸੀ ਦੇ ਕੁਝ ਬ੍ਰਾਹਮਣ ਜਿਨ੍ਹਾਂ ਦਾ ਮੁਖੀ ਪੰਡਤ ਕੇਸੋ ਦਾਸ ਸੀ, ਜਵਾਲਾਮੁਖੀ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੋਏ ਰਸਤੇ ਵਿੱਚ ਡੇਰਾ ਕਰਕੇ ਸਤਿਗੁਰੂ ਜੀ ਨੂੰ ਮਿਲੇ। ਕੁਝ ਚਰਚਾ ਸੰਵਾਦ ਉਪਰੰਤ ਆਪ ਜੀ ਨੇ ਕੇਸੋ ਦਾਸ ਨੂੰ ਆਖਿਆ ਕਿ ਸਾਰੇ ਪੰਡਤ ਸੰਗ ਨੇ ਤੁਹਾਡੀ ਉਪਮਾ ਕੀਤੀ ਆ। ਕਹਿੰਦੇ ਜਿੰਨੇ ਤੁਹਾਡੇ ਨਾਲ ਜਾ ਰਹੇ ਨੇ, ਇਹਨਾਂ ਨੇ ਸਾਰਿਆਂ ਨੇ ਤੁਹਾਡੀ ਉਪਮਾ ਕੀਤੀ ਆ ਕਿ ਤੁਸੀਂ ਦੇਵੀ ਨੂੰ ਪ੍ਰਗਟ ਕਰਨ ਦਾ ਮੰਤਰ ਆਦ ਵਿਧੀ ਜਾਣਦੇ ਹੋ। ਜੇ ਇਹ ਠੀਕ ਹੈ ਤਾਂ ਇਸ ਕਾਰਜ ਵਾਸਤੇ ਜਿਸ ਚੀਜ਼ ਦੀ ਲੋੜ ਹੋਵੇ ਉਹ ਸਾਨੂੰ ਦੱਸੋ, ਅਸੀਂ ਉਹ ਸਮੱਗਰੀ ਇਕੱਠੀ ਕਰ ਦਿੰਦੇ ਹਾਂ। ਦੇਵੀ ਪ੍ਰਗਟ ਕਰਕੇ ਅਸੀਂ ਹਿੰਦੂ ਧਰਮ ਦੀ ਰੱਖਿਆ ਵਾਸਤੇ ਤੁਰਕਾਂ ਦਾ ਰਾਜ ਤੇਜ ਨਾਸ਼ ਕਰਨਾ ਚਾਹੁੰਦੇ ਹਾਂ। ਪੰਡਤ ਕੇਸੋ ਦਾਸ ਨੇ ਕਿਹਾ, ਗੁਰੂ ਜੀਓ, ਦੇਵੀ ਨੂੰ ਸਾਧਨਾ ਬੜਾ ਔਖਾ ਹੈ। ਦੇਵੀ ਨੂੰ ਸਾਧਨਾ ਬੜਾ ਔਖਾ ਹੈ ਅਤੇ ਉਹਦੇ ਪ੍ਰਤੱਖ ਦਰਸ਼ਨ ਕਰਨਾ ਕਿਸੇ ਨੂੰ ਭੇਦ ਨਹੀਂ ਹੈ। ਇਸ ਕਾਰਜ ਵਾਸਤੇ ਲੱਖਾਂ ਰੁਪਏ ਚਾਹੀਦੇ ਨੇ। ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਨੂੰ ਕਹਿੰਦਾ ਲੱਖਾਂ ਰੁਪਏ ਚਾਹੀਦੇ ਆ। 1 ਲੱਖ ਆਹੂਤੀ ਦੇਣ ਵਾਸਤੇ ਹਜ਼ਾਰਾਂ ਮਣ ਘਿਓ ਚਾਹੀਦਾ। 1 ਲੱਖ ਰੁਪਈਆ ਹਵਨ ਕਰਾਉਣ ਵਾਸਤੇ ਪੰਡਤਾਂ ਵਾਸਤੇ ਭੇਟਾ ਚਾਹੀਦੀ ਆ। 1 ਲੱਖ ਰੁਪਈਆ ਉਸ ਸਮਿਆਂ ਦਾ। ਕਹਿੰਦਾ ਜੀ ਪੰਡਤਾਂ ਵਾਸਤੇ ਭੇਟਾ ਚਾਹੀਦੀ ਆ। ਤਾਂ ਗੁਰਮੁਖ ਪਿਆਰਿਓ, ਆਪਣੀਆਂ ਮਨ ਇੰਦਰੀਆਂ ਨੂੰ ਕਾਬੂ ਕਰਕੇ, ਮਨ ਅਡੋਲ ਤੇ ਨਿਰਭੈ ਕਰਕੇ ਬ੍ਰਹਮਚਾਰਜ ਆਦਿਕ ਪਵਿੱਤਰ ਨੇਮ ਧਾਰਨ ਕਰਨੇ ਵੀ ਜ਼ਰੂਰੀ ਹਨ। ਪੰਡਤ ਦੀਆਂ ਗੱਲਾਂ ਸੁਣ ਕੇ ਸਤਿਗੁਰੂ ਜੀ ਪ੍ਰੋਹਤ ਦਇਆ ਰਾਮ ਨੇ ਪੰਡਤ ਦੀਆਂ ਗੱਲਾਂ ਸੁਣ ਕੇ ਪ੍ਰੋਹਤ ਦਇਆ ਰਾਮ ਨੇ ਉੱਤਰ ਦਿੱਤਾ ਕਿ ਸਤਿਗੁਰੂ ਜੀ ਨੂੰ ਧਨ ਦੀ ਕੋਈ ਘਾਟ ਨਹੀਂ ਹੈ। ਸਤਰੀਆਂ ਦੀ ਕੁੱਲ ਵਿੱਚੋਂ ਸ਼੍ਰੋਮਣੀ ਸੂਰਜਵੰਸ਼ੀ ਹਨ। ਬ੍ਰਹਮਚਾਰਜ ਦਾ ਆਪ ਜੀ ਸੰਪੂਰਨ ਹਨ। 4 ਵੀਰ ਪੈਦਾ ਕਰਨ ਵਾਲੇ ਕੇਵਲ 4 ਵਾਰ ਹੀ ਗ੍ਰਸਤ ਕੀਤਾ ਹੈ। ਮਨ ਭਾਉਂਦੀਆਂ ਇੰਦਰੀਆਂ ਉੱਤੇ ਪੂਰਨ ਹੁਕਮ ਹੈ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਜੀ ਕਹਿੰਦੇ 1.25 ਲੱਖ ਦੀ ਕੀ ਗੱਲ ਕਰਦੇ ਹੋ। ਦੂਸਰੇ ਦਿਨ ਜਦੋਂ ਆਪ ਜੀ ਨੇ ਸੇਵਕਾਂ ਨੂੰ ਹੁਕਮ ਕਰਕੇ ਮੇਲੇ ਉੱਤੇ ਮਾਇਆ ਭੇਟਾ ਹੋਈ ਦੀ ਗਿਣਤੀ ਕਰਾਈ, ਜਿਹੜਾ ਮੇਲਾ ਲੱਗਿਆ ਸੀ ਅਨੰਦਪੁਰ ਸਾਹਿਬ, ਉਹਦੀ ਜਦੋਂ ਗਿਣਤੀ ਕਰਾਈ ਤਾਂ ਗੁਰਮੁਖ ਪਿਆਰੇ ਉਸ ਸਮੇਂ 9 ਲੱਖ ਰੁਪਈਆ ਹੋਇਆ। ਕੋ ਸਤਨਾਮ। ਉਸ ਸਮੇਂ 9 ਲੱਖ ਰੁਪਈਆ ਇਕੱਠਾ ਹੋਇਆ। ਇਸ ਉਪਰੰਤ ਆਪ ਜੀ ਨੇ ਮਸੰਦਾਂ ਨੂੰ ਹੁਕਮ ਕਰ ਦਿੱਤਾ ਕਿ ਜਿਹੜੀ ਸੰਗਤ ਮੇਲੇ ਉੱਤੇ ਨਹੀਂ ਆ ਸਕੀ ਉਹਨਾਂ ਨੂੰ ਹੁਕਮਨਾਮੇ ਭੇਜ ਦਿਓ। ਉਹਨਾਂ ਨੂੰ ਹੁਕਮਨਾਮੇ ਭੇਜ ਦਿਓ ਕਿ ਆਪੋ ਆਪਣੀ ਕਾਰ ਭੇਟਾ ਛੇਤੀ ਹੀ ਭੇਜ ਦੇਣ। ਪੰਡਤ ਕੇਸੋ ਦਾਸ ਨੇ ਹਮਨ ਵਾਸਤੇ ਬਹੁਤ ਸਾਰੀ ਸਮੱਗਰੀ ਇਸ ਪ੍ਰਕਾਰ ਲਿਖਾਈ। ਮਹਾਰਾਜ ਜੀ ਕਹਿੰਦੇ ਲਿਖਾਈ ਜਾਣ ਦੇ ਦੇਖਦਾ, ਕਹਿੰਦੇ ਕੀ ਕਰਦੇ ਹੈ ਅੱਜ। ਮਹਾਰਾਜ ਜੀ ਕਹਿੰਦੇ ਲਿਖਾ ਭਾਈ, ਬਹੁਤ ਸਾਰੀ ਸਮੱਗਰੀ ਲਿਖਾਈ। ਘਿਓ ਲਿਖਾ ਦਿੱਤਾ ਬਹੁਤ ਪੀਪੇ, ਧੂਫ, ਜੌਂ, ਤਿਲ, ਚਾਵਲ, ਮੇਵਾ, ਖੰਡ, ਪਿਸਤਾ, ਗਿਰੀ, ਬਦਾਮ, ਸੁਪਾਰੀ, ਚੁਹਾਰਾ, ਦਾਖਾ, ਚੰਦਨ ਆਦਿ ਪ੍ਰਕਾਰ ਦੀ ਸੁਗੰਧੀ ਤੇ 1.25 ਲੱਖ ਰੁਪਏ ਦਖਣਾ ਹਮਨ ਕਰਾਈ। ਕੇਸੋ ਦਾਸ ਨੇ ਕਿਹਾ, ਗੁਰੂ ਜੀਓ,
एक मन होके मंत्र पढ़ना। केसोदास कहने लगा, गुरु जीओ एक मन होके मंत्र पढ़ना, मन नूं संकल्पां तो डोल रखना, तन मन करके शुद्ध रहना अते ब्रह्मचार्य धारण करना, ये सब कुछ तुहाडे ही अधीन है। मैं तो केवल विधि पूर्वक सारा काम कराउण दा जिम्मेवार हाँ। जद गुरु गोबिंद सिंह महाराज जी ने पंडित की सारी गल प्रवान कर ली, महाराज जी कहते कोई गल नहीं, जिवें कहेंगा उकने करांगा। तो उसने प्रति वेख के हवन कुंड करन दा दिन वीरवार विसाख की पूर्णमासी नूं मुख नक्षत्र नूं बड़ा शुभ दस के बेनती की, कहते आ बड़ा वधिया दिन है जी, इस तो पहला कोई चंगी थां वेख के सारी समग्री उत्थे पहुँचा दिओ। कहते उत्थे कोई चंगी थां देख के जिथे हवन कुंड करना उत्थे पहुँचा दिओ। हुण नैना देवी का टिला सतगुरु जी ने केसोदास नूं सद्या, कहते इत्थे 5-6 मील दूर नैना गुजर का टिला है, जिसके संबंध विच ये वार्ता प्रचलित है कि ये चंडी का स्थान है, ये देवी का स्थान है। इस स्थान इस तरह प्रसिद्ध होया कि इस टिले उत्ते एक नैणे गुजर दी एक गऊ जद चुगण जांदी सी तां उसदा दुੱਧ थणा विचों इत्थे ही धरती उत्ते चौ पैंदा सी। जद इस गल दा नैणे नूं पता लगा तां उसने एक थां नूं चंडी दा स्थान समझ के पूजना आरंभ कर दिता सी। नैना देवी का इतिहास दस्या सी गुरु गोबिंद सिंह महाराज जी ने। कहते इस स्थान नूं पूजना आरंभ कर दिता, जिसनूं वेख के होर लोग भी इहदी मानता करन लगे। ये प्रसंग सुन के केसोदास ने कहा, ये स्थान ठीक है, इत्थे ही सारी समग्री पहुँचा दिओ। गुरु जी ने सेवकां नूं हुक्म दे के सारी समग्री रखण वास्ते एक मंदिर तैयार करवा के उस विच सब समान रखवा दिता। इस स्थान का नाम नैणे गुजर वल्लों देवी स्थान प्रसिद्ध करके नैना देवी, वो देवी जिहड़े नैणे ने प्रसिद्ध की प्रचलित हो गई था। इस तरह अमृतसर विच संतोखसर सरोवर पास एक लौंगा वाली देवी है, वाहिगुरू लौंगा वाली बेरी है। इसकी बाबत संगत वाले अखाड़े के महंता ने लिखा है कि इन्हां दे एक बजुर्ग महात्मा लौंगदास ने इस स्थान ते बैठ के पुराने समय देवी का आराधना किया सी, जिन्हां ने नाम पिछे लौंगा वाली बेरी प्रचलित हुई। इस तरह होर भी ऐसे स्थान हैं जिहड़े उन्होंने प्रगट करने वाले दे नाम ही प्रसिद्ध हैं। हवन कुंड संमत 1755 विसाख की पूर्णमासी वाला वीरवार मिथ्या होया दिन आया, तन नगारे ते नफरियां ते घंटियां शंख आदि बजा के सब नूं खुशियां भरे समय की सूचना दे दी। बहुत सारा प्रसाद वरताया गया
ਅਤੇ ਸਭ ਸੁਗੰਧੀਆਂ ਨਾਲ ਸਥਾਨ ਨੂੰ ਸੁਗੰਧਿਤ ਕੀਤਾ ਗਿਆ। ਵੇਖਣ ਵਾਲੇ ਲੋਕਾਂ ਦਾ ਮੇਲਾ ਲੱਗ ਗਿਆ, ਬੜੇ ਇਕੱਠੇ ਹੋ ਗਏ। ਜਗ ਸਮੇਂ ਪੰਡਿਤ ਕੇਸੋ ਦਾਸ ਨੇ ਹਵਨ ਕੁੰਡ ਵਿੱਚ ਅਗਨੀ ਪ੍ਰਚਲਿਤ ਕਰਕੇ ਮੰਤਰ ਪੜ੍ਹਨੇ ਆਰੰਭ ਕਰ ਦਿੱਤੇ। ਹਰ ਮੰਤਰ ਦੀ ਸਮਾਪਤੀ ਉੱਤੇ ਗੁਰੂ ਜੀ ਅਗਨ ਵਿੱਚ ਆਹੂਤੀ ਪਾ ਕੇ ਘਿਓ ਪਾ ਕੇ ਕੇਸੋ ਦਾਸ ਦੇ ਸਮਝਾਏ ਅਨੁਸਾਰ ਸਵਾਹਾ ਸ਼ਬਦ ਦਾ ਉਚਾਰਨ ਕਰ ਦਿੰਦੇ। ਸਾਰਾ ਦਿਨ ਹਵਨ ਕਰਕੇ ਰਾਤ ਨੂੰ ਵਿਸ਼ਰਾਮ ਕਰਦੇ। ਇਸ ਤਰ੍ਹਾਂ ਲਗਾਤਾਰ ਜਗ ਚੇਤਰ ਸੰਮਤ 1755 ਤੱਕ ਹੁੰਦਾ ਰਿਹਾ। ਗੁਰੂ ਜੀ ਨੇ ਸ਼ਿਕਾਰ ਖੇਡ ਕੇ ਜਾਨਵਰਾਂ ਮਾਰਨੇ ਤੇ ਜਿਉਂਦੇ ਕਰ ਦੇਣੇ। ਇੱਕ ਦਿਨ ਸਵਾ ਪਹਿਰ ਹਵਨ ਕਰਨ ਉਪਰੰਤ ਤਾਂ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਯੋਧਿਆਂ ਸਿੰਘਾਂ ਨੂੰ ਨਾਲ ਲੈ ਕੇ ਜੰਗਲ ਵਿੱਚ ਸ਼ਿਕਾਰ ਖੇਡ ਕੇ ਕੁਝ ਹਿਰਨ, ਸਾਹੇ, ਤਿੱਤਰ ਆਦਿਕ ਜਾਨਵਰ ਮਾਰ ਕੇ ਅਨੰਦਪੁਰ ਨੂੰ ਲਈ ਆ ਰਹੇ ਸਨ। ਜਾਨਵਰਾਂ ਨੂੰ ਮਾਰ ਕੇ ਰਸਤੇ ਵਿੱਚੋਂ ਅਨੰਦਪੁਰ ਨੂੰ ਲਈ ਆ ਰਹੇ ਸਨ। ਤਾਂ ਗੁਰਮੁਖ ਪਿਆਰਿਓ ਅੱਗੋਂ ਕੇਸੋ ਦਾਸ ਨੇ ਬੇਨਤੀ ਕੀਤੀ ਕਿ ਤੁਸਾਂ ਨੇ ਹਵਨ ਦੇ ਦਿਨਾਂ ਵਿੱਚ ਤਿੱਤਰ ਜੀਵਾਂ ਦੀ ਹੱਤਿਆ ਕੀਤੀ ਆ। ਮੈਨੂੰ ਡਰ ਹੈ ਕਿ ਹਵਨ ਵਿੱਚ ਕੋਈ ਵਿਘਨ ਨਾ ਪੈ ਜਾਵੇ। ਜੀਵ ਹੱਤਿਆ ਵਰਗਾ ਹੋਰ ਕੋਈ ਪਾਪ ਨਹੀਂ ਹੁੰਦਾ। ਸਭ ਵਿੱਚ ਪਰਮਾਤਮਾ ਪਰਿਪੂਰਨ ਹੈ, ਇਸ ਕਰਕੇ ਇਹ ਗੱਲ ਚੰਗੀ ਨਹੀਂ ਹੈ। ਪੰਡਤ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਅਸਾਂ ਪੰਡਤ ਜੀ ਨੂੰ ਨਾਰਾਜ਼ ਨਹੀਂ ਕਰਨਾ। ਸਭ ਜਾਨਵਰਾਂ ਨੂੰ ਸੰਬੋਧਨ, ਸਭ ਜਾਨਵਰਾਂ ਨੂੰ ਇਹਨਾਂ ਦੇ ਬੰਧਨ ਖੋਲ੍ਹ ਦਿਓ। ਜਦ ਹੁਕਮ ਮੰਨ ਕੇ ਮਰੇ ਹੋਏ ਜਾਨਵਰਾਂ ਦੇ ਬੰਧਨ ਖੋਲੇ ਤਾਂ ਸਾਰੇ ਜੀਵਤ ਹੋ ਕੇ ਉੱਡਣ ਲੱਗ ਪਏ। ਆਖੋ ਸਤਿਨਾਮ। ਸਾਰੇ ਭੱਜਣ ਲੱਗੇ। ਇਹ ਕੌਤਕ ਵੇਖ ਕੇ ਬੜਾ ਪ੍ਰਸੰਨ ਹੋਇਆ ਤੇ ਗੁਰੂ ਜੀ ਨੂੰ ਮਾਰਨ ਤੇ ਜਵਾਲਣਹਾਰ ਸਮਰੱਥ ਪੂਰਨ ਜਾਣ ਕੇ ਧੰਨ ਧੰਨ ਆਖਿਆ ਵੀ ਇਹ ਮਾਰਨ ਵਾਲੇ ਵੀ ਨੇ ਤੇ ਇਹ ਜਵਾਨ ਵਾਲੇ ਵੀ ਨੇ। ਕੁਝ ਸਮਾਂ ਉਪਰੰਤ ਗੁਰੂ ਜੀ ਨੇ ਹਵਨ ਕਰਕੇ ਕਦੀ ਰਾਤ ਨੂੰ ਆਨੰਦਪੁਰ ਜਾ ਬਰਾਜਦੇ ਤੇ ਕਦੀ ਰਾਤ ਟਿੱਲੇ ਉੱਤੇ ਬਰਾਜਦੇ। ਪਿਛਲੇ ਪਹਿਰ ਜਦ ਆਪ ਜੀ ਆਨੰਦਪੁਰ ਜਾਂਦੇ ਤਾਂ ਉੱਥੇ ਦੀਵਾਨ ਲਗਾ ਕੇ ਦੂਰ ਦੂਰ ਤੋਂ ਆਈਆਂ ਸੰਗਤਾਂ ਨੂੰ ਸਤਨਾਮ ਦਾ ਉਪਦੇਸ਼ ਦਿੰਦੇ। ਇੱਕ ਦਿਨ ਪਟਨੇ ਦੀ ਸੰਗਤ ਨਾਲ ਇੱਕ ਮਾਲੀ ਵੀ ਪਟਨੇ ਤੋਂ ਆਇਆ। ਉਸਨੇ ਬੇਨਤੀ ਕੀਤੀ, ਗੁਰੂ ਜੀਓ ਮੈਂ ਸ਼ਾਹੀ ਬਾਗ ਵਿੱਚੋਂ ਆਪ ਜੀ ਵਾਸਤੇ ਇੱਕ ਅੰਬ ਦਾ ਬੂਟਾ ਲੈ ਕੇ ਆਇਆ ਹਾਂ। ਇਸ ਨੂੰ ਜਿੱਥੇ ਹੁਕਮ ਕਰੋ ਲਗਾਇਆ ਜਾਵੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਸਮੇਂ ਆਪਣੇ ਧੁਨਖ ਵਿੱਚੋਂ ਇੱਕ ਤੀਰ ਚਲਾਇਆ ਤੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਜਿੱਥੇ ਇਹ ਤੀਰ ਡਿੱਗਿਆ ਹੈ ਉੱਥੇ ਮਾਲੀ ਨੂੰ ਲੈ ਜਾਓ, ਇਹ ਅੰਬ ਦਾ ਬੂਟਾ ਉੱਥੇ ਲਗਾ ਦਿਓ। ਹੁਕਮ ਅਨੁਸਾਰ ਸੇਵਾਦਾਰਾਂ ਨੇ ਜਦ ਮਾਲੀ ਨੂੰ ਉਸ ਥਾਂ ਤੇ ਜਾ ਕੇ ਵਿਖਾਈ ਤਾਂ ਉਹ ਆਨੰਦਪੁਰ ਤੋਂ ਸਵਾ ਕੁ ਕੋਹ ਦੂਰ ਸੀ। ਜਿੱਥੇ ਸਤਿਗੁਰੂ ਜੀ ਦਾ ਤੀਰ ਧਰਤੀ ਵਿੱਚ ਗੱਡਿਆ ਹੋਇਆ ਸੀ, ਮਾਲੀ ਨੇ ਉੱਥੇ ਉਹ ਥਾਂ ਦੇ ਉੱਤੇ ਬੂਟਾ ਲਗਾ ਦਿੱਤਾ, ਜਿਸ ਨੂੰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਅਸਾਂ ਵੇਖਿਆ ਨਹੀਂ ਪਰ ਸੁਣਿਆ ਹੈ ਕਿ ਅੱਜ ਤੱਕ ਉਹ ਬੂਟਾ ਖੜਾ ਹੈ। ਆਖੋ ਸਤਨਾਮ। ਹਵਨ ਕੁੰਡ ਵਿੱਚ ਜਿਉਂ-ਜਿਉਂ ਗੁਰੂ ਜੀ ਮੰਤਰ ਪੜ੍ਹ ਕੇ
आहूति पाउंदे गए त्यों त्यों सब देवियां जैसा कि इंद्राणी कुबेर दी इस्त्री ਅਤੇ होर अनेक प्रकार दीयां शक्तियां ने आण के बेनती की कि तुसी इन्ना कष्ट क्यों कर रहे हो, इन्ना कष्ट क्यों कर रहे हो। जिस चीज़ धन आदਿਕ लोड़ है सानू हुक्म करो, असी हाजिर कर देंदे हाँ। पर गुरु जी ने किसी देवी शक्ति वल अख पुट के वेख्या भी नहीं। आखो सतनाम। ਅਤੇ एक परमेश्वरी शक्ति महाविद्या जो दोषां दे नाश करन वाली ਅਤੇ ਦਾਸਾਂ ਨੂੰ सुख देने वाली परम जोत दी जोत है, ਉਹਦੇ ध्यान विच अडोल टिके रहे। अगे देवी दे प्रगट होण दीआं निशानियां इस तरह एक चित्त आराधन करदिਆਂ ਨੂੰ ਜਦੋਂ 9 महीने बीत गए, 10वां आरंभ हो गया। आप जी बहुत समा बैठ के हवन करन लगे ਤਾਂ ਚੇਤਰ चढ़ ਪਿਆ। पंडित केसो दास ने गुरु जी ਨੂੰ ਦੱਸਿਆ कि ਹੁਣ पता नहीं किहड़े समय दिन रात ਨੂੰ देवी प्रगट होने वाली है, तुसी सावधान हो के रहना। मैं उसनों कोई जोग भेटा देने वास्ते शहर तो ले आवां। इस तरह बहाना ला के गुरमुख प्यारिओ केसो दास आनंदपुर चलिया गया। जब बहुत समा तक केसो दास ना पहुँचया तो गुरु जी ने इसकी असफलता का कारण समझ के भी एवें ही पखंड करता रहा। वो पखंड नूं दूर करने वास्ते महाराज जी ने आ सब कौतक रचिया सी। जदों वापस ना आया तो महाराज जी ने इसकी असफलता का कारण समझ के बाकी दी बची खुची सारी समग्री एक बार हवन कुंड विच पा दी। इतना बहुत सारा घ्यो आदि समग्री दे पैण नाल हवन कुंड विचों अग्नि दियां बहुत उच्चियां उच्चियां लाटां निकलियां, जिसनूं दूर दूर तो लोकां ने ये समझिया कि देवी प्रगट हो गई। इस तरह कौतक नूं जद लोग दौड़ दौड़ के भज भज के वेखण लगे तो गुरु जी ने नंगी तलवार हाथ विच फड़ के उच्ची करके हवन कुंड दे पासे खड़े होके आप जी ने वेखण वाले नूं इस किरपान वाल इशारा करके दस्या कि आ देवी दी शक्ति प्रगट हुई आ। किरपान नूं उच्ची चक के आख्या महाराज जी ने किरपान वाल वेख के कहंदे आ देवी प्रगट हुई आ, जिहदे बल नाल असां जालमां दे नाश करने हन। लोकां ने सरदा नाल श्री साहिब नूं नमस्कार कीती ते फिर वापस आनंदपुर साहिब। इस वार्ता उपरंत सतगुरु जी पहाड़ी तो हेठा उतर आए ते घोड़े उत्ते सवार होकर सिख सेवका सहित आनंदपुर वापस आ गए। आप जी दे दर्शन करने वास्ते बेअत संगतां हाज़र होईयां ते नगर निवासियों ने नगर निवासियों ने घर घर दीपमाला कीतियां ते बहुत खुशियां मनाइयां। सुआओ भाई इन्ना क समा करो प्रवान। गुरबानी पढ़द्या सुनद्या कोलों गुर इतिहास दियां विचारां करद्या कोलों एक नहीं निक्का ही प्रकार दियां गलतियां भुल्लां चुक्का हो जांदियां ने। संगतां सतगुरु जी बख्शन हार हन। अगों वास्ते सत्ते मेरा प्रत रख के शुद्ध सपट गुरबानी पढ़न दी, सेवा करन दी, कथा कीर्तन करन दी सूझी आ जाए। लोक सुखीए परलोक सहेले, नानक हर प्रभ आपे मिले। सो अगे इतिहास शुरू होना। गुरु जी ने जग करना ते केसो दास ने गुस्से हो जाना। इतिहास आपां कल नूं विचारांगे। अज श्री अखंड पाठ साहिब गुरुद्वारा साहिब प्रारंभ होणगे और 1 तरीक नूं
भोग पाए जाने ने। ये जो अखंड पाठ साहिब आरंभ होने ने, पिछले दिनी सरदार सेवा सिंह जी अकाल चलाना कर गए सन। उन्हां दी आत्मक शांति के संबंध विच 10 बजे श्री अखंड पाठ साहिब प्रारंभ होने ने अते 1 तरीक नूं भोग पाए जाने ने ते दिवाली भी नेड़े आ गई आ। तां गुरमुख प्यारिओ, सारिਆਂ ने श्रद्धा भावना दे नाल सतगुरु दे सत्कार नूं मुख रखदे होया जो दिवाली का त्यौहार नशे पत्तियां तो रहत हो के, जीवां नूं मारन तो रहत हो के ते सतगुरु जी के हुक्म के अनुसार, क्योंकि दिवाली का त्यौहार ये उदों प्रचलित होया सी जदों 52 राजियां नूं गुरु हरगोबिंद साहिब महाराज जी ग्वालियर के किले दे विचों छुड़वा के लैके आए सी। उदों आउण दी खुशी दे विच संगतां ने अमृतसर, संगतां ने घरां घरां दे विच देसी घिओ दे दीवे जगाए सी। आखो सतनाम। उस दिन तो सिखां दे विच दिवाली प्रचलित हुई सी। आओ बाकी विचारां करन दा तां बहुत समा घੱਟ आ, फिर विचार करांगे। सतगुरु महाराज जी किरपा करन। जो अज देग दी सेवा पहुंची आ, सरदार बलजिंदर सिंह जी जन्मदिन नूं मुख रखदे होए परिवार वालों देग दी सेवा पहुंची आ। मनप्रीत सिंह पुत्र जगतार सिंह बच्चे दे जन्मदिन नूं मुख रखदे होए मिठा प्रसाद और जो अपनी नित दी देग आ रोज़ दी सरदार मान सिंह जी, सरदार मान सिंह जी इन्हां परिवार वालों देग दी सेवा। आओ रल मिल के करिए अरदास। नामा साहिब कड़ा प्रसाद दी गल लै करके फिर आपो अपने करो विहार करने आ। लोक सुखीए प्रलोक सहेले, नानक हर प्रभ आपे मिले। वाहिगुरु श्लोक पवन गुरु पाणी पिता, माता तरत महत, दिवस रात दो दाई दया, खेलै सगल जगत, चंगियाइयां बुरियाइयां, बचै धर्म दूर, करमी आपो अपनी, के नेड़े के दूर, जिनी नाम ते आया, गए मसकत काल, नानक ते मुखी उजले, केती छुटी नाल, जिनी नाम ते आया, गए मसकत काल, नानक ते मुखी उजले, केती छुटी नाल, जिनी नाम ते आया, गए मसकत काल, नानक ते मुखी उजले, केती छुटी नाल। वाहिगुरु जी का खालसा, वाहिगुरु जी की